ਔਰ ਸਾਡੇ ਖੇਤੀਬਾੜੀ ਮਾਹਿਰ ਕਹਿੰਦੇ ਆ ਕਿ ਕਿਸਾਨ ਆਪਣੇ ਘਰ ਵਿੱਚ ਸਭ ਕੁਝ ਪੈਦਾ ਕਰ ਸਕਦਾ ਹੈ, ਸਿਰਫ ਤੇ ਸਿਰਫ ਉਹ ਲੂਣ ਨਹੀਂ ਪੈਦਾ ਕਰਦਾ, ਬਾਕੀ ਉਹਨੂੰ ਸਾਰੇ ਆਪਣੇ ਖੇਤਾਂ 'ਚੋਂ ਸਭ ਕੁਝ ਮਿਲ ਜਾਂਦਾ ਹੈ। ਤੇ ਉਹਨਾਂ ਨੇ ਜਦੋਂ ਦੇਖਿਆ ਵੀ ਤੁਸੀਂ ਭਾਂਤ-ਭਾਂਤ ਦੇ ਬੀਜ ਪੈਦਾ ਕਰਦੇ ਹੋ, ਉਹ ਕਹਿੰਦੇ ਸਾਡਾ ਇੱਕ ਵਾਰ ਫੁੱਲਾਂ ਦਾ ਬੀਜ ਪੈਦਾ ਕਰਕੇ ਦੇਖੋ, ਫੁੱਲਾਂ ਦੀ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਅੱਧਾ ਕਿੱਲਾ ਅਸੀਂ ਫੁੱਲਾਂ ਦਾ ਲਾ ਦਿਆਂਗੇ। ਤੇ ਅਸੀਂ ਲਾਤਾ ਜੀ। ਮੈਨੂੰ ਬਹੁਤ ਲੋਕਾਂ ਨੇ ਡਰਾਇਆ, ਬਾਈ ਜੀ ਕਰੋਨਾ ਆਇਆ ਹੋਇਆ, ਤੁਸੀਂ ਵੇਚੇਂਗੇ ਕਿੱਥੇ, ਤੁਸੀਂ ਕੀ ਕਰੇਂਗੇ? ਮੈਂ ਕਿਹਾ ਯਾਰ ਅੱਧੇ ਕਿੱਲੇ ਨਾਲ ਜੱਟ ਫੇਲ ਨਹੀਂ ਹੁੰਦਾ। ਤੇ ਜਦੋਂ ਤੁਸੀਂ ਉਹ ਤਜਰਬਾ ਕੀਤਾ, ਬਾਕੀ ਲੋਕਾਂ ਨੇ ਗੱਲ ਕੀਤੀ ਹੋਣੀ ਵੀ ਕੀ ਕਰਦੇ ਹੋ, ਪੁੱਛਦੇ ਹੋਣਗੇ ਤੁਹਾਨੂੰ? ਉਹ ਨਹੀਂ ਪੁੱਛਦੇ ਨਹੀਂ ਜੀ, ਲੋਕ ਉੱਦਾਂ ਹੀ ਦੇਖ ਕੇ ਕਹਿੰਦੇ ਇਹ ਤਾਂ ਯਾਰ ਇਹ ਤਾਂ ਕੰਮੇ ਇੱਦਾਂ ਦਾ, ਇਹ ਤਾਂ ਪੁੱਠੇ ਕੰਮ ਨੇ ਦੇ, ਲੋਕ ਇੱਦਾਂ ਬੋਲਦੇ ਆ। ਸਾਡੇ ਜੀ ਖੇਤੀ ਨੂੰ ਬਦਲਣ ਦੇ ਵਿੱਚ PAU ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਤੇ ਸਾਡਾ ਖੇਤੀਬਾੜੀ ਵਿਭਾਗ, ਇਹਨਾਂ ਦਾ ਬੜਾ ਵੱਡਾ ਹੱਥ ਆ ਜੀ। ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ ਤੇ ਉਹ ਵੱਖ-ਵੱਖ ਤਕਨੀਕਾਂ ਦੱਸਦੇ ਰਹਿੰਦੇ ਆ। ਤੇ ਜਦੋਂ ਅਸੀਂ ਉਹਨਾਂ ਨੂੰ ਆਪਣੇ ਖੇਤ 'ਚ ਅਡਾਪਟ ਕਰਦੇ ਹਾਂ, ਕਈ ਵਾਰ ਇਹ ਤਜਰਬੇ ਫੇਲ ਹੋ ਜਾਂਦੇ ਆ ਜੀ। ਉਦੋਂ ਫਿਰ ਲੋਕ ਸਾਨੂੰ ਪਾਗਲ ਕਹਿੰਦੇ ਆ। ਇਹਨੂੰ ਪਹਿਲਾਂ ਥੋੜ੍ਹੇ ਲੈਵਲ 'ਤੇ ਸ਼ੁਰੂ ਕਰੋ ਜੀ। ਜਿਸ ਤਰ੍ਹਾਂ ਗੇਂਦੇ ਦਾ ਅਸੀਂ ਪਹਿਲਾਂ ਅੱਧੇ ਕਿੱਲੇ ਤੋਂ ਸਟਾਰਟ ਕੀਤਾ ਜੀ, ਫਿਰ ਅਸੀਂ ਆਹ ਜਾਫਰੀ ਦੀ ਲਾਈਆਂ 2 ਕਨਾਲਾਂ, ਤੇ ਹੁਣ ਅਸੀਂ 2 ਕਿੱਲਿਆਂ 'ਤੇ ਜਾ ਰਹੇ ਹਾਂ। ਜਿਸ ਤਰ੍ਹਾਂ 1.5 ਕਿੱਲੋ ਵਾਲੀ ਕਣਕ ਵਾਲੀ ਗੱਲ ਕਰਦੇ ਹਾਂ, ਇਹ 2-3 ਸਾਲ ਪਹਿਲਾਂ ਜੀ ਅਸੀਂ 100 ਸਕੁਅਰ ਮੀਟਰ 'ਚ ਤਜਰਬਾ ਕੀਤਾ। ਅੱਛਾ, 1.5 ਕਿੱਲੋ ਵਾਲਾ? ਹਾਂਜੀ, ਉਹਦੇ ਫਿਰ ਰਿਜ਼ਲਟ ਜਿਹੜੇ ਆਏ ਆਮ ਨਾਲੋਂ 2 ਕੁਇੰਟਲ ਜ਼ਿਆਦਾ। ਇਸ ਵਕਤ ਤੁਹਾਡੀ ਜਿਹੜੀ ਗਾਹਕ ਨੇ, ਕਿੱਥੋਂ ਤੱਕ ਤੁਸੀਂ ਫੁੱਲ ਭੇਜ ਰਹੇ ਹੋ? ਨਹੀਂ, ਇਸ ਟਾਈਮ ਅਸੀਂ ਫੁੱਲ ਵੀ ਵੇਚ ਰਹੇ ਹਾਂ, ਗੇਂਦੇ ਦਾ ਬੀਜ ਵੀ ਵੇਚ ਰਹੇ ਹਾਂ, ਗੇਂਦੇ ਦੀ ਪਨੀਰੀ ਵੀ ਵੇਚ ਰਹੇ ਹਾਂ। ਤੇ ਕੱਲ੍ਹ ਹੀ ਅਸੀਂ ਪਠਾਨਕੋਟ 5-6 ਹਜ਼ਾਰ ਬੂਟਾ ਭੇਜਿਆ ਜੀ। ਗਾਹਕ ਤੱਕ ਕਿਵੇਂ ਪਹੁੰਚੇ ਹੋ, ਦੁਕਾਨਦਾਰ ਤੱਕ ਕਿਵੇਂ ਪਹੁੰਚੇ? ਕੋਈ ਸਮੱਸਿਆਵਾਂ ਆਈਆਂ ਸ਼ੁਰੂਆਤ ਦੇ ਵਿੱਚ? ਹੁਣ ਤਾਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਆਉਂਦੇ ਹੋਏ ਫੋਨ ਦੇ ਉੱਤੇ ਗੱਲ ਕਰ ਰਹੇ ਸੀਗੇ, ਤੁਹਾਡੀ ਮਾਰਕੀਟਿੰਗ ਆਪਣੇ ਆਪ ਹੀ ਆ ਰਹੇ ਨੇ ਲੋਕੀ ਲੈਣ ਵਾਸਤੇ। ਸ਼ੁਰੂਆਤ ਦੀ ਗੱਲ ਅਸੀਂ ਚਾਹਾਂਗੇ। ਸ਼ੁਰੂਆਤ ਅਸੀਂ ਜਿਹੜੇ ਸਾਡੇ ਆਪਣੇ ਲੋਕਲ ਇੱਥੇ ਹੈਗੇ ਸੀ ਸਮਰਾਲੇ ਦੇ, ਉਹਨਾਂ ਨੂੰ ਕਿਹਾ ਜਾ ਕੇ ਵੀ ਸਾਡੇ ਕੋਲ ਫੁੱਲ ਹੁੰਦੇ ਨੇ, ਲੈ ਜਾ ਕਰੋ। ਉਹ ਕਹਿੰਦੇ ਸਾਨੂੰ ਤਾਂ ਮਿਲਦੇ ਨਹੀਂ, ਅਸੀਂ ਆ ਜਾਇਆ ਕਰੋ। ਅੱਛਾ। ਉਹ ਕਈ ਵਾਰ ਤੋੜ ਕੇ ਵੀ ਲੈ ਜਾਂਦੇ ਸੀ। ਪ੍ਰੋਗਰਾਮ ਫਾਰਮ ਹਾਊਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡਾ ਇਸ ਪ੍ਰੋਗਰਾਮ ਦਾ ਜੋ ਮਕਸਦ ਹੁੰਦਾ ਹੈ ਉਹ ਇਹ ਹੈ ਕਿ ਅਸੀਂ ਰਵਾਇਤੀ ਖੇਤੀ ਨਾਲੋਂ ਹਟ ਕੇ ਜੋ ਕਿਸਾਨ ਖੇਤੀ ਕਰ ਰਹੇ ਨੇ, ਦੂਸਰੇ ਕਿਸਾਨਾਂ ਦੇ ਲਈ ਮਾਰਗਦਰਸ਼ਕ ਬਣ ਰਹੇ ਨੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣ ਦਾ ਸਾਡਾ ਪਰਪਸ ਇਹ ਹੈ ਕਿ ਤੁਸੀਂ ਵੀ ਉਹਨਾਂ ਤੋਂ ਕੁਝ ਨਾ ਕੁਝ ਸਿੱਖ ਕੇ ਅੱਗੇ ਜਾਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰੋ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਸਰਦਾਰ ਸੁਖਜੀਤ ਸਿੰਘ ਵੜੈਚ ਹੋਣਾ ਨਾਲ, ਜੋ ਕਿ ਪਿੰਡ ਦਿਵਾਲਾ ਹੈ, ਲੁਧਿਆਣਾ ਜ਼ਿਲ੍ਹੇ ਦਾ। ਜਦੋਂ ਅਸੀਂ ਨੈਸ਼ਨਲ ਹਾਈਵੇ ਹੈ ਜਿਹੜਾ ਸਾਡਾ, ਜਿਹਨੂੰ ਅਸੀਂ GT ਰੋਡ ਕਹਿੰਦੇ ਆ, ਉਹਦੇ ਉੱਤੇ ਪਿੰਡ ਬੀਜਾ ਹੈ। ਬੀਜੇ ਤੋਂ ਸਮਰਾਲੇ ਵੱਲ ਜਾਂਦੇ ਆ ਤਾਂ ਬੀਜੇ ਤੋਂ ਕੋਈ 5-6 ਕਿਲੋਮੀਟਰ 'ਤੇ ਇਹਨਾਂ ਦਾ ਪਿੰਡ ਹੈ। ਇੱਥੇ ਇਹ ਬੜੇ ਲੰਮੇ ਸਮੇਂ ਤੋਂ ਇਹਨਾਂ ਦੇ ਦਾਦੇ ਪੜਦਾਦੇ ਇੱਥੇ ਹੀ ਰਹਿ ਰਹੇ ਨੇ। ਇਹ ਇੱਥੇ ਇੱਕ ਨਵੇਂ ਢੰਗ ਦੀ ਖੇਤੀ ਕਰ ਰਹੇ ਨੇ। ਵੜੈਚ ਸਾਹਿਬ, ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਨਮਸਕਾਰ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਸੁਖਜੀਤ ਸਿੰਘ, ਪਿੰਡ ਦਿਵਾਲਾ, ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਸਮਰਾਲਾ। ਐਜ਼ ਏ ਫਾਰਮਰ ਖੇਤੀ ਕਰਨੀ ਸ਼ੁਰੂ ਕੀਤੀ BA ਕਰਨ ਤੋਂ ਬਾਅਦ ਆਪਣਾ 92-93 'ਚ। ਪਹਿਲਾਂ ਉੱਦਾਂ ਹੱਥ ਵਟਾਉਂਦੇ ਸੀ ਫਾਦਰ ਸਾਹਿਬ ਨਾਲ, ਤੇ ਪਰ ਫਿਰ ਆਪਣੇ ਆਪ ਜਦੋਂ ਖੇਤੀ ਸ਼ੁਰੂ ਕਰਨੀ ਕੀਤੀ, ਤੇ ਪਹਿਲਾਂ ਤਾਂ ਬਸ ਉਹੀ ਕਣਕ ਝੋਨੇ ਵਾਲਾ ਫਸਲੀ ਚੱਕਰ ਚੱਲਦਾ ਸੀ। ਤੇ ਫਿਰ ਸੋਚਿਆ ਵੀ ਕੁਛ ਹੋਰ ਹਟ ਕੇ ਕਰੀਏ, ਤੇ ਹੌਲੀ ਹੌਲੀ ਆਪਣਾ KVK ਸਮਰਾਲਾ ਨਾਲ ਜੁੜ ਗਏ। ਉੱਥੋਂ ਪਤਾ ਲੱਗਿਆ ਵੀ ਆ ਜਿਹੜਾ ਆਪਾਂ ਕਣਕ ਝੋਨੇ ਦੀ ਪਰਾਲੀ ਵਿੱਚ ਵਾਹੁੰਦੇ ਹਾਂ, ਇਹਦੇ ਨਾਲ ਆਪਣੇ ਖੇਤਾਂ 'ਚ ਬਹੁਤ ਵੱਡਾ ਘਾਟਾ ਪੈਂਦਾ। ਚਲੋ ਜੀ, ਹੁਣ ਅਸੀਂ ਪਿਛਲੇ 10 ਸਾਲਾਂ ਤੋਂ ਕਣਕ ਝੋਨੇ ਦੀ ਪਰਾਲੀ ਜਿਹੜੀ ਹੈ, ਕਣਕ ਦੀ ਨਾੜ ਅਤੇ ਝੋਨੇ ਦੀ ਪਰਾਲੀ ਖੇਤ ਦੇ ਵਿੱਚ ਵਾਹੁੰਦੇ ਹਾਂ, ਅਤੇ ਉਹਦੇ ਰਿਜ਼ਲਟ ਵੀ ਸਾਨੂੰ ਵਧੀਆ ਮਿਲੇ ਨੇ। ਅਤੇ ਫਿਰ ਅਸੀਂ ਨਵੀਂ ਖੇਤੀ ਵੱਲ ਆਉਣ ਦੀ ਕੋਸ਼ਿਸ਼ ਕੀਤੀ, ਬੀਜਾਂ ਦੀ ਟਰਾਈ ਕੀਤੀ। ਅਸੀਂ ਪਿਆਜ਼ ਦਾ ਬੀਜ ਪੈਦਾ ਕੀਤਾ, ਮੱਕੀ ਦਾ ਹਾਈਬ੍ਰਿਡ ਸੀਡ ਪੈਦਾ ਕੀਤਾ, ਮੂੰਗੀ ਦਾ, ਛੋਲਿਆਂ ਦਾ ਮਾਲ, ਸਾਰੇ ਬੀਜ ਪੈਦਾ ਕਰਕੇ ਦੇਖੇ। ਪਰ ਉਹ ਬੀਜਾਂ ਦੇ ਵਿੱਚ ਸਾਨੂੰ ਦਿੱਕਤ ਆਉਂਦੀ ਸੀ, ਬੀਜਾਂ ਨੂੰ ਵੇਚਣ ਦੀ ਦਿੱਕਤ ਆ ਜਾਂਦੀ ਸੀ। ਅਤੇ ਫਿਰ ਪਿਛਲੇ ਸਾਲ ਸਾਡੇ ਕੋਲ ਫਲੋਰੀਕਲਚਰ ਤੋਂ ਡਾਕਟਰ ਰਣਜੀਤ ਜੀ ਆਏ PAU ਤੋਂ, ਅਤੇ ਉਹਨਾਂ ਨੇ ਕਿਹਾ ਵੀ ਸਾਡਾ ਗੇਂਦੇ ਦਾ ਬੀਜ ਪੈਦਾ ਕਰਕੇ ਦੇਖੋ। ਅਤੇ ਅਸੀਂ ਗੇਂਦੇ ਦਾ ਬੀਜ ਪੈਦਾ ਕੀਤਾ ਜੀ। ਉਹਦੇ ਸਾਨੂੰ ਵੇਚਣ ਦੀ ਕੋਈ ਦਿੱਕਤ ਨਹੀਂ ਆਈ, ਕਿਉਂਕਿ ਅਸੀਂ ਉਹਦੀ ਪਨੀਰੀ ਖੁਦ ਪੈਦਾ ਕਰਕੇ ਹੀ ਵੇਚ ਸਕਦੇ ਹਾਂ। ਗੇਂਦੇ ਦੇ ਫੁੱਲ ਵੀ ਵੇਚ ਸਕਦੇ ਹਾਂ, ਬੀਜ ਵੀ ਵਿਕ ਜਾਂਦਾ, ਕਿਉਂਕਿ ਉਹ ਥੋੜ੍ਹੇ ਹੁੰਦਾ ਅਤੇ ਕੋਰੀਅਰ ਕਰੋ ਅਤੇ ਅਗਲਾ ਤੁਹਾਨੂੰ ਪੈਸੇ ਭੇਜ ਦਿੰਦਾ, ਤੁਸੀਂ ਉਹਨੂੰ ਭੇਜ ਦਿੰਦੇ ਹੋ। ਅਤੇ ਫਿਰ ਅਸੀਂ ਇੱਕ ਨਾਲ ਹੀ ਹੋਰ ਆਲੂਆਂ ਦਾ ਕੀਤਾ। ਉਹ ਡਾਕਟਰ ਇੰਜੀਨੀਅਰ ਸੁਖਵਿੰਦਰ ਸਿੰਘ ਜੀ ਨੇ ਆਪਣੇ CPRS ਜਲੰਧਰ ਤੋਂ, ਉਹਨਾਂ ਨਾਲ ਮਿਲ ਕੇ 2-3 ਟ੍ਰੇਨਿੰਗਾਂ ਲਈਆਂ ਉਹਨਾਂ ਕੋਲੋਂ ਜਾ ਕੇ। ਅਤੇ ਫਿਰ ਅਸੀਂ ਇੱਕ ਛੋਟਾ ਜਿਹਾ ਨੈੱਟ ਹਾਊਸ ਬਣਾ ਕੇ, ਉਹ ਦੱਸਦੇ ਹੁੰਦੇ ਨੇ ਵੀ ਬੀਜ ਦੀ ਇੱਕ ਲਾਈਨ ਆ, ਇੱਕ ਟ੍ਰੇਨ ਆ, ਵੀ ਤੁਸੀਂ ਜਿਹੜੇ 'ਚ ਮਰਜ਼ੀ ਚੜ੍ਹ ਲਓ, ਚਾਹੇ ਬਰੀਡਰ ਸੀਡ ਲੈ ਲਓ, ਆਪਣਾ ਫਾਊਂਡੇਸ਼ਨ ਲੈ ਲਓ, ਸਰਟੀਫਾਈਡ ਲੈ ਲਓ, ਵੀ ਤੁਸੀਂ ਲੋਕਾਂ ਕੋਲ ਮੰਗੋ ਨਾ,
ਜਦੋਂ ਤੁਸੀਂ ਮੰਗਦੇ ਹੋ ਜਾ ਕੇ ਸੀਡ, ਜਦ ਕਹਿੰਦੇ ਸਾਨੂੰ ਬੀਜ ਦੇ ਦਿਓ, ਤਾਂ ਲੋਕ ਤੁਹਾਨੂੰ ਬਹੁਤ ਘਟੀਆ ਕਿਸਮ ਦਾ ਬੀਜ ਦਿੰਦੇ ਆ ਜ਼ਿਆਦਾਤਰ। ਅਤੇ ਫਿਰ ਉਸ ਚੀਜ਼ ਨੂੰ ਹੱਲ ਕਰਨ ਵਾਸਤੇ ਅਸੀਂ ਸੋਚਿਆ ਵੀ ਆਪਣਾ ਹੀ ਖੁਦ ਸੀਡ ਕਿਉਂ ਨਾ ਪੈਦਾ ਕੀਤਾ ਜਾਵੇ। ਅਸੀਂ ਇੱਕ ਛੋਟਾ ਜਿਹਾ ਆਪਣਾ 100 ਸਕੁਅਰ ਮੀਟਰ ਦਾ ਨੈੱਟ ਹਾਊਸ ਲਾਇਆ, ਅਤੇ ਉਹਦੇ ਵਿੱਚ ਅਸੀਂ ਟਿਸ਼ੂ ਕਲਚਰ ਬੂਟੇ ਲੈ ਕੇ ਲਾਏ ਇੱਕ ਪ੍ਰਾਈਵੇਟ ਲੈਬ ਤੋਂ। ਅਤੇ ਉਹ ਸਾਡਾ ਬੜਾ ਹੀ ਉਤਸ਼ਾਹ ਵਧਿਆ ਵੀ ਜਦੋਂ ਦੇਖਿਆ ਵੀ ਅਸੀਂ 2000 ਬੂਟਾ ਉਹਦੇ ਵਿੱਚ ਲਾਇਆ, ਅਤੇ ਸਾਡੇ ਕੋਲ 20,000 ਦੇ ਨੇੜੇ ਟਿਊਬਰ ਆ ਗਿਆ। ਅਤੇ ਦੁਬਾਰਾ ਫਿਰ ਅਸੀਂ ਉਹਦੀ ਜਨਵਰੀ 'ਚ ਪਟਾਈ ਕਰਕੇ ਅਤੇ ਉੱਥੇ ਫਿਰ ਆਪਣਾ ਟਿਸ਼ੂ ਕਲਚਰ ਬੂਟੇ ਲਿਆ ਕੇ ਲਾਏ। ਨਹੀਂ, ਇਹਨਾਂ ਨੂੰ ਹੁਣ ਅਪ੍ਰੈਲ 'ਚ ਪਟਾਈ ਹੋਊਗੀ। ਜਿਹੜੀ 2 ਫਸਲਾਂ ਅਸੀਂ ਆਰਾਮ ਨਾਲ ਲੈ ਸਕਦੇ ਹਾਂ, ਪਰ ਕੇਅਰ ਥੋੜ੍ਹੀ ਜਿਹੀ ਕਰਨੀ ਪੈਣੀ। ਇਹ ਨਹੀਂ ਹੈਗਾ ਵੀ ਤੁਸੀਂ ਉੱਥੇ ਜਾਣਾ ਹੀ ਨਹੀਂ ਹੈਗਾ, ਰੋਜ਼ ਉਹਦੀ ਦੇਖ ਰੇਖ ਜ਼ਰੂਰੀ ਆ। ਅਤੇ ਬੂਟੇ ਬਹੁਤ ਕਮਜ਼ੋਰ ਹੁੰਦੇ ਨੇ ਅਤੇ ਬਹੁਤ ਛੋਟੇ ਹੁੰਦੇ ਨੇ, ਸਾਂਭ ਸੰਭਾਲ ਉਹਨਾਂ ਦੀ ਬਹੁਤ ਕਰਨੀ ਪੈਂਦੀ ਆ। ਪਰ ਉਹਨੂੰ ਵੇਚਣ 'ਚ, ਤੁਹਾਨੂੰ ਬੀਜ ਨੂੰ ਵੇਚਣ 'ਚ ਕੋਈ ਦਿੱਕਤ ਨਹੀਂ ਆਊਗੀ। ਜਿਵੇਂ ਤੁਹਾਡੇ ਕੋਲ G0 ਪੈਦਾ ਹੋ ਜਾਊਗੀ, ਫਿਰ G1 G2 G3 ਜਾ ਕੇ ਤੁਸੀਂ ਸੇਲ ਕਰ ਸਕਦੇ ਹੋ। ਜਿੱਥੇ ਕਿ ਅਗਲਾ ਜਿੰਨੇ ਕੁ ਪੈਸੇ ਖਰਚਦਾ, ਉੱਥੇ ਕੁ ਤੁਸੀਂ ਉਹ ਸੇਲ ਕਰ ਸਕਦੇ ਹੋ। ਇਹਦੇ ਮੁਕਾਬਲੇ ਜੇ ਅਸੀਂ ਟਿਊਬਰ ਲੈ ਕੇ ਲਾਉਂਦੇ ਹਾਂ, ਤਾਂ ਸਾਨੂੰ ਟਿਊਬਰ ਪੈਂਦਾ ਜੀ 8-9 ਰੁਪਏ ਦਾ ਇੱਕ। ਉਹ ਅਸੀਂ ਜੀ 1 ਕਿੱਲੇ 'ਚ ਲਾਉਂਦੇ ਹਾਂ, 40,000 ਦਾ ਟਿਊਬਰ ਪੈਂਦਾ। ਸਾਡਾ 3,20,000 ਦਾ ਬੀਜ ਪੈ ਗਿਆ 1 ਕਿੱਲੇ ਦੇ ਵਿੱਚ, ਅਤੇ ਉਹਨੂੰ ਅਸੀਂ ਕੀ ਭਾਅ ਵੇਚਾਂਗੇ ਫਿਰ ਜੀ। ਅਤੇ ਅਸੀਂ ਉਹਨੂੰ ਟਿਊਬਰ ਨੂੰ ਸਸਤਾ ਕਰਨ ਦੇ ਮਾਰੇ ਅਸੀਂ ਟਿਸ਼ੂ ਕਲਚਰ ਪਲਾਂਟ ਲਿਆ ਕੇ ਆਪਣੇ ਖੇਤ ਦੇ ਵਿੱਚ ਟਰਾਈ ਕੀਤੇ, ਜੋ ਬੜੀ ਕਾਮਯਾਬੀ ਨਾਲ ਸਾਡੇ ਇੱਥੇ ਖੜ੍ਹੇ ਨੇ, ਅਤੇ ਬਹੁਤ ਵਧੀਆ ਰਿਜ਼ਲਟ ਹੈ ਜੀ ਉਹਦਾ। ਇਹ ਸਾਡੀਆਂ ਪ੍ਰਾਪਤੀਆਂ ਨਹੀਂ ਹੈਗੀਆਂ ਜੀ। ਸੋ ਜਿਹੜੇ ਵਿਅਕਤੀ ਨੇ ਆਪਣੇ ਹੱਥ ਨਾਲ ਕੰਮ ਕੀਤਾ ਹੋਵੇ ਨਾ, ਉਹਦੇ ਕੋਲੇ ਬੜਾ ਕੁਝ ਹੁੰਦਾ ਦੱਸਣ ਨੂੰ। ਜਿਵੇਂ ਸੁਖਜੀਤ ਸਿੰਘ ਜੀ ਨੇ ਤੁਹਾਨੂੰ ਇੱਕੇ ਸਾਹੇ ਵਿੱਚ ਆਪਣੀ ਪੂਰੀ ਖੇਤੀ ਬਾਰੇ ਦੱਸ ਦਿੱਤਾ ਕਿ ਇਹ ਨਵੇਂ ਢੰਗ ਨਾਲ ਖੇਤੀ ਕਰ ਰਹੇ ਨੇ, ਬੀਜ ਤਿਆਰ ਕਰ ਰਹੇ ਨੇ ਆਲੂ ਦਾ। ਔਰ ਇਹ ਬੀਜ ਆਲੂ ਦਾ ਨਹੀਂ ਤਿਆਰ ਕਰ ਰਹੇ, ਕਈ ਕਿਸਮ ਦੇ ਆਲੂ ਵੀ ਤਿਆਰ ਕਰ ਰਹੇ ਨੇ। ਮਤਲਬ ਸਫੈਦ ਕਿਸਮ ਦਾ ਆਲੂ ਹੈ, ਲਾਲ ਕਿਸਮ ਦਾ ਹੈ, ਕਾਲਾ ਹੈ ਅਤੇ ਬੈਂਗਣੀ ਹੈ। ਸੋ ਇਹ ਵੀ ਸਾਡੇ ਬਹੁਤ ਸਾਰੇ ਦਰਸ਼ਕਾਂ ਵਾਸਤੇ ਤਾਂ ਨਵੀਂ ਗੱਲ ਹੋਏਗੀ ਕਿ ਅਸੀਂ ਹਮੇਸ਼ਾ ਚਿੱਟੇ ਜਾਂ ਲਾਲ ਆਲੂ ਹੀ ਵੇਖੇ ਆ, ਕਾਲੇ ਅਤੇ ਬੈਂਗਣੀ ਅਸੀਂ ਜਿਹੜੇ ਆ ਉਹ ਨਹੀਂ ਵੇਖੇ ਹੋਏ। PAU ਲੁਧਿਆਣਾ ਔਰ ਸਾਡੇ ਖੇਤੀਬਾੜੀ ਮਾਹਿਰ ਕਹਿੰਦੇ ਆ ਕਿ ਕਿਸਾਨ ਆਪਣੇ ਘਰ ਵਿੱਚ ਸਭ ਕੁਝ ਪੈਦਾ ਕਰ ਸਕਦਾ, ਸਿਰਫ ਅਤੇ ਸਿਰਫ ਉਹ ਲੂਣ ਨਹੀਂ ਪੈਦਾ ਕਰਦਾ, ਬਾਕੀ ਉਹਨੂੰ ਸਾਰੇ ਆਪਣੇ ਖੇਤਾਂ 'ਚੋਂ ਸਭ ਕੁਝ ਮਿਲ ਜਾਂਦਾ। ਔਰ ਖਾਸ ਤੌਰ 'ਤੇ ਕਿਸਾਨਾਂ ਵਾਸਤੇ ਹੈ ਕਿ ਉਹਨਾਂ ਨੇ ਆਪਣੇ ਘਰ ਵਾਸਤੇ ਸਬਜ਼ੀ ਜੋ ਉਹਨੇ ਸਾਰੇ ਸਾਲ ਖਾਣੀ ਹੈ, ਜਾਂ ਦਾਲਾਂ ਖਾਣੀਆਂ ਨੇ, ਫਲ ਖਾਣੇ ਆ, ਉਹ ਘਰੇ ਪੈਦਾ ਕਰ ਸਕਦੇ ਆ। ਸੁਖਜੀਤ ਸਿੰਘ ਜੀ ਨੇ ਆਪਣੇ ਘਰ ਦੇ ਨਾਲ ਹੀ, ਇਹ ਤੁਸੀਂ ਦੇਖੋਗੇ ਇੱਧਰ ਕਿ ਇੱਕ ਕਿਚਨ ਗਾਰਡਨ ਬਣਾਇਆ ਹੋਇਆ। ਇਹਦੇ ਵਿੱਚ ਸੁਖਜੀਤ ਸਿੰਘ ਜੀ ਸਾਨੂੰ ਦੱਸੋ ਕਿ ਕੀ ਕੁਛ ਤੁਸੀਂ ਇਹਦੇ ਵਿੱਚ ਪੈਦਾ ਕੀਤਾ ਹੈ। ਇਹਦੇ ਵਿੱਚ ਸਾਡਾ ਇਸ ਟਾਈਮ ਜੀ ਪਿਆਜ਼ ਲੱਗਿਆ, ਲਸਣ ਲੱਗਿਆ, ਕਾਲੀ ਗਾਜਰ ਲੱਗੀ ਆ, ਲਾਲ ਗਾਜਰ ਲੱਗੀ ਆ, ਪਾਲਕ, ਮੇਥੇ, ਧਨੀਆ ਜੀ, ਅਤੇ ਸਾਗ ਵਾਲੀ ਸਰੋਂ ਲੱਗੀ ਸੀ, ਉਹ ਹੁਣ ਖਤਮ ਹੋ ਗਈ ਆ। ਅਤੇ ਉਹ ਤੋਂ ਬਿਨਾਂ ਸਾਡੇ ਫਲਦਾਰ ਬੂਟੇ, ਜਾਮਣ ਲੱਗੀ ਆ, ਅਮਰੂਦ ਲੱਗੇ ਨੇ, ਔਲਾ ਲੱਗਿਆ, ਕਿੰਨੂ ਲੱਗੇ ਨੇ, ਇਹ ਸਾਰੇ ਬੂਟੇ, ਅੰਬ ਲੱਗੇ ਆ, ਇਹ ਸਾਰੇ ਬੂਟੇ ਸਾਡੇ ਇੱਥੇ ਲੱਗੇ ਹੋਏ ਆ ਜੀ। ਸੋ ਸਾਰਾ ਫਲ ਇੱਥੇ ਪੈਦਾ ਹੋ ਰਿਹਾ, ਔਰ ਬਾਕੀ ਸਾਰੇ ਸਾਲ ਦੀ ਸਬਜ਼ੀ ਜੋ ਹੈ, ਜੋ ਸਾਨੂੰ ਲੋੜ ਪੈਂਦੀ, ਸਮੇਂ-ਸਮੇਂ ਇਹ ਬਦਲਦੇ ਰਹਿੰਦੇ ਆ। ਸੋ ਅਸੀਂ ਥੋੜ੍ਹੇ ਜਿਹੇ ਏਰੀਏ ਦੇ ਵਿੱਚ ਆਪਣੇ ਘਰ ਵਾਸਤੇ ਪੂਰੀ ਸਬਜ਼ੀ ਜਿਹੜੀ ਹੈ ਉਹ ਤਿਆਰ ਕਰ ਸਕਦੇ ਹਾਂ। ਆਪਾਂ ਇਹਨਾਂ ਤੋਂ ਬਹੁਤ ਕੁਝ ਜਾਣਨਾ ਹੈ ਹੋਰ, ਕਿ ਇਹਨਾਂ ਨੇ ਕਿਵੇਂ ਸ਼ੁਰੂ ਕੀਤੀ ਗੱਲ, ਔਰ ਕਿਵੇਂ ਇਹ ਰਵਾਇਤੀ ਖੇਤੀ ਵਾਲੋਂ ਇੱਧਰ ਆਏ। ਪੜੈਲ ਸਾਹਿਬ, ਅਸੀਂ ਚਾਹਾਂਗੇ ਕਿ ਸਾਨੂੰ ਤੁਸੀਂ ਆਪਣਾ ਇੱਕ ਪੁਰਾਣਾ, ਜਦੋਂ ਬਿਲਕੁਲ ਖੇਤੀ ਰਵਾਇਤੀ ਢੰਗ ਨਾਲ ਹੀ ਹੁੰਦੀ ਸੀਗੀ, ਰਵਾਇਤੀ ਬਲਦਾਂ ਨਾਲ ਹੁੰਦੀ ਸੀ, ਔਰ ਅਸੀਂ ਝੋਨਾ, ਕਣਕ ਇਹਦੇ ਉੱਤੇ ਹੀ ਜਿਹੜੇ ਆ ਉਹ ਅੜੇ ਹੋਏ ਸੀ, ਉਸ ਤੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਦਲਿਆ? ਸ਼ੁਰੂ ਵਿੱਚ ਤੁਸੀਂ ਪੜ੍ਹੇ ਵੀ ਹੋਵੋਗੇ, ਕੁਝ ਲੋਕਾਂ ਨਾਲ ਮਿਲੇ ਵੀ ਹੋਵੋਗੇ, ਔਰ ਮੈਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦਾ ਕਿ ਪੜ੍ਹਾਈ ਅਤੇ ਪਾਣੀ, ਇਹ ਦੋਨੋਂ ਆਪਣਾ ਰਸਤਾ ਆਪ ਬਣਾ ਲੈਂਦੇ ਆ। ਤੁਸੀਂ ਇਸ ਪਾਸੇ ਕਿਵੇਂ ਆਏ? ਸਾਡੇ ਜੀ ਖੇਤੀ ਨੂੰ ਬਦਲਣ ਦੇ ਵਿੱਚ PAU ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਅਤੇ ਸਾਡਾ ਖੇਤੀਬਾੜੀ ਵਿਭਾਗ, ਇਹਨਾਂ ਦਾ ਬੜਾ ਵੱਡਾ ਹੱਥ ਆ ਜੀ। ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ, ਅਤੇ ਉਹ ਵੱਖ-ਵੱਖ ਤਕਨੀਕਾਂ ਦੱਸਦੇ ਰਹਿੰਦੇ ਆ। ਅਤੇ ਜਦੋਂ ਅਸੀਂ ਉਹਨਾਂ ਨੂੰ ਆਪਣੇ ਖੇਤ 'ਚ ਅਡੋਪਟ ਕਰਦੇ ਹਾਂ, ਕਈ ਵਾਰ ਇਹ ਤਜਰਬੇ ਫੇਲ ਹੋ ਜਾਂਦੇ ਆ ਜੀ। ਉਦੋਂ ਫਿਰ ਲੋਕ ਸਾਨੂੰ ਪਾਗਲ ਕਹਿੰਦੇ ਆ ਵੀ ਇਹ ਬੰਦੇ ਪਾਗਲ ਨੇ। ਬਹੁਤ ਜੀ, ਬਹੁਤ ਜ਼ਿਆਦਾ। ਕਈ ਬੰਦਿਆਂ ਨੇ, ਕਈ ਵਾਰ ਸਾਡੇ ਕੋਲ ਟਰਾਇਲ ਇੱਦਾਂ ਦੇ ਲੱਗੇ ਹੁੰਦੇ ਆ ਨਾ, ਉਹ ਦੇਖਣ ਨੂੰ ਨਹੀਂ ਵਧੀਆ ਲੱਗਦੇ ਹੁੰਦੇ। ਹੁਣ ਵੀ ਮੈਂ ਤੁਹਾਨੂੰ ਇੱਕ ਟਰਾਇਲ ਦਿਖਾਵਾਂਗਾ। ਸਾਡੇ ਕੋਲ 1.5 ਕਿੱਲੋ ਬੀਜ ਨਾਲ ਅਸੀਂ ਕਣਕ ਬੀਜੀ ਹੈ। ਜਦੋਂ ਅਸੀਂ ਬੀਜੀ 2000 ਰੁਪਈਆ ਤਾਂ ਅਸੀਂ ਉਹਦੀ ਬਿਜਾਈ ਦਿੱਤੀ ਲੇਬਰ ਵਾਲੇ ਨੂੰ, ਅਤੇ 3000 ਸਾਡਾ ਉੱਦਾਂ ਫਾਲਤੂ ਲੱਗ ਗਿਆ ਉਹਦੇ 'ਤੇ। ਖੇਤ ਨੂੰ ਬਹੁਤ ਬਰੀਕ ਕਰਕੇ ਬੀਜਣਾ ਪੈਂਦਾ ਉਹ। ਅਤੇ ਉਦੋਂ ਵੀ ਜਦੋਂ ਮਾੜੀ ਕਣਕ ਕੱਲਾ ਦਾਣਾ ਜੰਮਿਆ, ਅਤੇ ਬਹੁਤ ਲੋਕਾਂ ਨੇ ਆਹ ਕਣਕ ਹੋਣੀ ਆ, ਇਹਦੀ 10 ਕਿੱਲੋ ਕਣਕ ਨਹੀਂ ਨਿਕਲਦੀ, ਬੜਾ ਯੂਨੀਵਰਸਿਟੀ ਵਾਲਾ ਜੀ, ਇਹ ਜੀ ਬੋਝ ਬਹੁਤ ਕਹਿੰਦੇ ਹੁੰਦੇ ਨੇ। ਪਰ ਅੱਜ ਉਹ ਕਣਕ ਨੂੰ ਦੇਖ ਕੇ ਬਹੁਤ ਲੋਕ ਦੇਖਣ ਆਉਂਦੇ ਆ, ਅਤੇ ਪਿੰਡ 'ਤੇ ਬਈ ਆਹ ਤਾਂ ਯਾਰ ਕਣਕ ਬਹੁਤ ਵਧੀਆ, ਇਹਦਾ ਸਾਡਾ ਝੋਨੇ ਮੂੰਹ ਫਟਾਰਾ ਹੋਇਆ ਪਿਆ।
25 ਤੋਂ 30 ਟਿਲਰਿੰਗ ਉਹ ਕਣਕ ਦੀ ਜੀ। ਆਮ 5 ਹੁੰਦੀ ਆ, ਆਮ ਕਣਕ ਦੀ ਟਿਲਰਿੰਗ 5 ਤੋਂ 6 ਹੁੰਦੀ, ਉਹਦੀ 25 ਤੋਂ 30 ਆ। ਤੁਸੀਂ ਹੁਣ ਮਤਲਬ ਇੱਕ ਬੂਟੇ ਦੇ ਵਿੱਚੋਂ ਆਮ ਤੌਰ ਤੇ ਇੱਕ ਦਾਣੇ ਦੇ ਵਿੱਚੋਂ 5-6 ਜਿਹੜੇ ਆ ਉਹ ਨਿਕਲਦੀਆਂ ਨੇ ਉਹਦੇ ਵਿੱਚੋਂ ਤਣੀਆਂ, ਜਿਹਦੇ ਵਿੱਚ ਉੱਤੇ 5-6 ਸਿੱਟੇ ਜਿਹੜੇ ਲੱਗਦੇ ਜਾ ਕੇ। ਲੇਕਿਨ ਜੋ ਇਹਨਾਂ ਨੇ ਬੀਜੀ ਹੈ 1.5 ਕਿਲੋ ਨਾਲ 1 ਕਿੱਲਾ, ਉਹਦੇ ਵਿੱਚੋਂ 25 ਤੋਂ 30 ਤੱਕ ਸਿੱਟੇ ਇੱਕ ਬੂਟੇ ਦੇ ਵਿੱਚੋਂ ਨਿਕਲਨੇ ਆ। ਵੈਸੇ ਅਸੀਂ ਦੱਸ ਦਈਏ ਕਿ 1 ਕਿੱਲੇ ਦੇ ਵਿੱਚ ਅੱਜ ਕੱਲ੍ਹ ਕਿਸਾਨ 45 ਕਿਲੋ ਤੋਂ ਲੈ ਕੇ 55-60 ਕਿਲੋ ਤੱਕ ਬੀਜ ਜਿਹੜੇ ਉਹ ਪਾ ਦਿੰਦੇ ਆ। ਔਰ ਤੁਸੀਂ ਵੇਖੋ ਕਿ ਪਹਿਲਾਂ ਤਾਂ ਉੱਥੇ ਹੀ ਬੀਜ ਦੀ ਬਚਤ ਹੋ ਗਈ, ਔਰ ਦੂਸਰੇ ਪਾਸੇ ਉਹਦਾ ਫਟਾਰਾ ਜ਼ਿਆਦਾ ਹੋਣਾ, ਫਿਰ ਉਹਦੇ ਵਿੱਚੋਂ ਜ਼ਿਆਦਾ ਕਣਕ ਵੀ ਪੈਦਾ ਹੋਣੀ ਹੈ। ਔਰ ਇਸ ਬਾਰੇ ਪਿੰਡ ਵਾਲੇ ਮਖੌਲ ਕਰ ਚੁੱਕੇ ਆ, ਲੇਕਿਨ ਹੁਣ ਉਹਨਾਂ ਨੂੰ ਇਹ ਪਤਾ ਲੱਗ ਚੁੱਕਿਆ ਕਿ ਨਵੇਂ ਤਜਰਬੇ ਜਿਹੜੇ ਆ, ਭਾਵੇਂ ਉਹਦੇ ਵਿੱਚ ਕਦੇ ਘਾਟਾ ਪੈ ਜਾਂਦਾ, ਪਰ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਨਿਕਲਦਾ ਇਹੋ ਜਿਹਾ ਕਿ ਆਉਣ ਦੂਸਰੇ ਲੋਕਾਂ ਵਾਸਤੇ ਉਹ ਇੱਕ ਚਾਨਣ ਮੁਨਾਰਾ ਬਣਦੇ ਆ। ਇਹਨਾਂ ਨੇ ਗੱਲ ਕੀਤੀ ਸੀਗੀ ਆਪਣੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਕਿ ਇਹ ਵੱਖਰੇ ਵੱਖਰੇ ਤਜਰਬੇ ਕਰਦੇ ਆ। ਇਹਨਾਂ ਨੇ ਪਿਛਲੇ 10 ਸਾਲਾਂ ਤੋਂ ਆਪਣੇ ਖੇਤਾਂ ਦੇ ਵਿੱਚ ਕਦੇ ਅੱਗ ਨਹੀਂ ਲਾਈ, ਤੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਜੋ ਨਵੀਂ ਕਿਸਮ ਆਈ ਹੈ PBW 1 ਚਪਾਤੀ, ਉਹਦੀ ਇਹਨਾਂ ਨੇ ਬਿਜਾਈ ਕੀਤੀ ਆ। ਇਹਦੇ ਵਿੱਚ ਵੀ ਇਹਨਾਂ ਨੇ ਬਿਲਕੁਲ ਵੀ ਅੱਗ ਨਹੀਂ ਲਾਈ, ਔਰ ਪਰਾਲੀ ਉਸੇ ਤਰ੍ਹਾਂ ਝੋਨੇ ਦੀ ਜੋ ਸਾਡੇ ਪਈ ਹੋਈ ਹੈ ਇੱਥੇ, ਉਹਨੂੰ ਵਿੱਚੇ ਵਾਹ ਕੇ ਉਹ ਕਿਸ ਤਰ੍ਹਾਂ ਇਹਨਾਂ ਨੇ ਬੀਜੀ ਹੈ। ਔਰ ਤੁਸੀਂ ਇਹ ਫਸਲ ਦੇਖ ਰਹੇ ਹੋ ਇਸ ਵਕਤ ਖੜੇ ਕਿ ਇੰਨੀ ਖੂਬਸੂਰਤ ਦਾਣਾ ਇਹ ਬੂਟਾ ਬਣਿਆ ਹੋਇਆ, ਕਣਕ ਨਿਸਰੀ ਹੋਈ ਹੈ ਤੁਸੀਂ ਦੇਖ ਰਹੇ ਹੋ, ਔਰ ਬਹੁਤ ਸੋਹਣੇ ਆ। ਔਰ ਇਹਦੇ ਨਾਲ ਹੀ ਇਹਨਾਂ ਦਾ ਦੂਸਰਾ ਖੇਤ ਵੀ ਹੈ। ਸੋ ਸੁਖਜੀਤ ਜੀ, ਸਾਨੂੰ ਇਹ ਦੱਸੋ ਕਿ ਇਹ ਜਿਹੜੀ ਤੁਸੀਂ ਬਿਜਾਈ ਕੀਤੀ ਆ, ਲੋਕ ਤਾਂ ਅੱਗ ਲਾਉਂਦੇ ਆ ਪਰਾਲੀ ਨੂੰ, ਫਿਰ ਕਹਿੰਦੇ ਜੀ ਅਸੀਂ ਵਾਹੁਣੀ ਆ, ਫਿਰ ਅਸੀਂ ਜਿਹੜਾ ਉਹ ਬੀਜਾਂਗੇ, ਔਰ ਨਾਲੇ ਕਹਿੰਦੇ ਆ ਕਿ ਜੀ ਪਰਾਲੀ ਗਲਦੀ ਨਹੀਂ। ਤੁਹਾਡਾ ਕੀ ਤਜਰਬਾ? ਤੁਸੀਂ ਤਾਂ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਹੋ। ਹਾਂਜੀ, ਮੈਂ ਪਿਛਲੇ 10 ਸਾਲਾਂ ਤੋਂ ਆਪਣੇ ਖੇਤਾਂ 'ਚ ਅੱਗ ਨਹੀਂ ਲਾਉਂਦਾ ਕਦੇ ਵੀ। ਇਸ ਵਾਸਤੇ ਮੈਨੂੰ ਭਾਰਤ ਸਰਕਾਰ ਨੇ ਪ੍ਰਸ਼ੰਸਾ ਪੱਤਰ ਵੀ ਦਿੱਤਾ ਜੀ। ਤੇ ਇਹ ਜਿਹੜੀ ਕਣਕ ਤੁਸੀਂ ਦੇਖ ਰਹੇ ਹੋ, ਇਹ ਹੈਗੀ ਹੈ ਜੀ PBW 1 ਚਪਾਤੀ। ਇਹ ਰੋਟੀ ਇਹਦੀ ਸਭ ਤੋਂ ਬੈਸਟ, ਜਿਹਨੇ ਇੱਕ ਵਾਰ ਇਹਦੀ ਰੋਟੀ ਖਾ ਲਈ ਮੁੜ ਕੇ ਹੋਰ ਰੋਟੀ ਨਹੀਂ ਖਾਊਗਾ ਉਹ ਜੀ। ਇੱਦਾਂ ਦੀ ਵਧੀਆ ਰੋਟੀ ਬਣਦੀ ਹੈ ਇਹਦੀ। ਪਿਛਲੇ ਸਾਲ ਵੀ ਮੇਰੇ ਕੋਲ ਹੈਗੀ ਸੀ ਤੇ ਇਸ ਵਾਰ ਵੀ ਇਹ ਲੱਗੀ ਹੈ ਜੀ। ਇਹਨੂੰ ਅਸੀਂ ਕੀ ਕੀਤਾ, ਝੋਨਾ ਆਪਣਾ ਕੰਬਾਈਨ ਨਾਲ ਕੱਟਣ ਤੋਂ ਬਾਅਦ ਜੀ ਕਣਕ ਦਾ ਛਿੱਟਾ ਮਾਰਤਾ। DAP ਅਸੀਂ ਪਾਉਂਦੇ ਨਹੀਂ ਇਹ ਖੇਤ ਦੇ ਵਿੱਚ, ਕਿਉਂਕਿ ਅਸੀਂ ਘਰ ਖਾਣ ਵਾਸਤੇ ਰੱਖਦੇ ਹਾਂ। ਕਣਕ ਦਾ ਛਿੱਟਾ ਮਾਰ ਕੇ ਆਪਣਾ ਕਟਰ ਕਮ ਸਪਰੈਡਰ ਫੇਰ ਕੇ ਪਾਣੀ ਲਾਤਾ, ਬਸ। ਹੋਰ ਨਾ ਕੋਈ ਬਾਹੀ, ਨਾ ਗੱਲ, ਨਾ ਬਾਤ, ਕੁਛ ਨਹੀਂ, ਬਸ ਕਣਕ ਜੰਮੀ ਆਈ ਜੀ। ਇਹ ਸਾਨੂੰ ਤੁਸੀਂ ਦਿਖਾਓਗੇ ਜਰਾ, ਜਿਹੜੀ ਇਹ ਅਸੀਂ ਦੇਖ ਰਹੇ ਹਾਂ ਕਿ ਸਾਡੇ ਕਿਸਾਨ ਵੀਰ ਦੇਖਦੇ ਆ ਕਿ ਇਹ ਪਰਾਲੀ ਵਿੱਚ ਹੀ ਜੀ ਬਿਲਕੁਲ ਗਲ ਚੁੱਕੀ ਆ। ਲੋ ਜੀ, ਵਾਹ। ਸੋ ਇਹ ਹੈ ਕਿ ਤੁਹਾਡੇ ਅਗਲੇ ਸੀਜ਼ਨ ਤੱਕ ਜਦੋਂ ਤੁਸੀਂ ਝੋਨਾ ਬੀਜਣਾ, ਕਿਉਂਕਿ ਹੁਣ ਇਹਨੂੰ ਇੱਕ ਪਾਣੀ ਹਾਲੇ ਹੋਰ ਇਸ ਕਣਕ ਨੂੰ ਲੱਗਣਾ, ਉਸ ਤੋਂ ਬਾਅਦ ਇਹ ਪੱਕ ਜਾਏਗੀ, ਔਰ ਉਦੋਂ ਤੱਕ ਇਹ ਜਿਹੜੀ ਤੁਸੀਂ ਪਰਾਲੀ ਵੇਖ ਰਹੇ ਹੋ, ਇਹ ਜਿਹੜੀ ਹੈ ਇਹ ਬਿਲਕੁਲ ਗਲ ਚੁੱਕੀ ਹੋਈ ਹੈ। ਔਰ ਅਗਲੇ ਸੀਜ਼ਨ ਤੋਂ ਬਾਅਦ ਤਾਂ ਇਹ ਜਿਹੜੀ ਬਿਲਕੁਲ ਲੱਭਣੀ ਨਹੀਂ ਇਹਦੇ ਵਿੱਚ। ਔਰ ਇਹਦੇ ਨਾਲ ਹੀ ਇਹਨਾਂ ਦਾ ਇਹ ਇੱਕ ਖੇਤ ਹੈ ਜਿਹਦੇ ਵਿੱਚ ਆਲੂ ਇਹ ਬੀਜਦੇ ਨੇ। ਇਹਦੇ ਵਿੱਚ ਇਹਨਾਂ ਨੇ ਪਿਛਲੇ 10 ਸਾਲਾਂ ਤੋਂ ਬਿਲਕੁਲ ਅੱਗ ਨਹੀਂ ਲਾਈ। ਸਾਨੂੰ ਜਰਾ ਦਿਖਾਓਗੇ ਜੀ ਇਹਦੀ ਥੋੜੀ ਜਿਹੀ ਮਿੱਟੀ ਸਾਡੇ ਕਿਸਾਨ ਵੀਰਾਂ ਨੂੰ ਕਿ ਆਹ ਦੇਖੋ ਪੁਰਾਣੀ ਜਿਹੜੀ ਵਿੱਚ ਚੀਜ਼ਾਂ ਜੀ, ਪਰਾਲੀ ਉਦਾਂ ਹੀ ਇਹ ਪਰਾਲੀ ਹੈ, ਇਹਨੂੰ ਆਹ ਦੇਖੋ ਹੱਥ ਨਾਲ ਹੁਣ ਇਹ ਭੁਰਦੀ ਪਈ ਹੈਗੀ ਆ। ਸੋ ਇਹ ਇੱਕ ਨਵਾਂ ਤਜਰਬਾ ਹੈ। ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਇਹਨਾਂ ਦੇ ਫੁੱਲਾਂ ਵਾਲੇ ਖੇਤਾਂ ਦੇ ਵਿੱਚ, ਉੱਥੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਇਹਨਾਂ ਨੇ ਲਹਿਰ ਬਹਿਰ ਲਾਈ ਹੋਈ ਹੈ। ਸੋ ਰਵਾਇਤੀ ਖੇਤੀ ਤੋਂ ਹਟ ਕੇ ਸੁਖਜੀਤ ਜੀ ਜਿਵੇਂ ਸਾਨੂੰ ਵਿਖਾ ਰਹੇ ਨੇ ਕਿ ਉਹਨਾਂ ਨੇ ਕਿੰਨਾ ਕੁਝ ਵੱਖਰਾ ਵੱਖਰਾ ਕੀਤਾ ਹੈ। ਹੁਣ ਅਸੀਂ ਉਹਨਾਂ ਦੇ ਉਸ ਖੇਤ ਦੇ ਵਿੱਚ ਖੜੇ ਹਾਂ ਜਿੱਥੇ ਸਾਨੂੰ ਮਹਿਕ ਆ ਰਹੀ ਆ ਗੇਂਦੇ ਦੇ ਫੁੱਲਾਂ ਦੀ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਗੇਂਦੇ ਨਾਲ ਸਾਡਾ ਸਾਰਾ ਆਲਾ ਦੁਆਲਾ ਭਰਿਆ ਪਿਆ, ਔਰ ਗੇਂਦੇ ਦੇ ਫੁੱਲ ਧੁੱਪ ਦੇ ਵਿੱਚ ਖਿੜੇ ਹੋਏ ਤੁਹਾਨੂੰ ਜੀ ਆਇਆਂ ਕਹਿ ਰਹੇ ਨੇ। ਇੱਕ ਖਾਸ ਕਿਸਮ ਦੀ ਮਹਿਕ ਇਸ ਖੇਤ ਦੇ ਵਿੱਚ ਖਲੋ ਕੇ ਸਾਨੂੰ ਆ ਰਹੀ ਆ। ਸੁਖਜੀਤ ਜੀ, ਇਹ ਫੁੱਲਾਂ ਦੀ ਖੇਤੀ ਵਾਲੇ ਪਾਸੇ ਤੁਸੀਂ ਕਿਵੇਂ ਆਏ ਹੋ? ਸਾਡੇ ਇੱਥੇ ਪਿੰਡ ਦੇ ਵਿੱਚ ਡਾਕਟਰ ਰਣਜੀਤ PAU ਤੋਂ ਆਏ ਸੀ, ਫਲੋਰੀਕਲਚਰ ਤੋਂ। ਉਹ ਆਪਣਾ NSS ਦਾ ਕੈਂਪ ਲੈ ਕੇ ਆਏ ਸੀ, ਤੇ ਉਹਨਾਂ ਨੇ ਜਦੋਂ ਦੇਖਿਆ ਵੀ ਤੁਸੀਂ ਭਾਂਤ ਦੇ ਬੀਜ ਪੈਦਾ ਕਰਦੇ ਹੋ, ਉਹ ਕਹਿੰਦੇ ਸਾਡਾ ਇੱਕ ਵਾਰ ਫੁੱਲਾਂ ਦਾ ਬੀਜ ਪੈਦਾ ਕਰਕੇ ਦੇਖੋ, ਫੁੱਲਾਂ ਦੀ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਅੱਧਾ ਕਿੱਲਾ ਅਸੀਂ ਫੁੱਲਾਂ ਦਾ ਲਾ ਦਿਆਂਗੇ। ਤੇ ਅਸੀਂ ਲਾਤਾ ਜੀ। ਮੈਨੂੰ ਬਹੁਤ ਲੋਕਾਂ ਨੇ ਡਰਾਇਆ, ਬਾਈ ਜੀ ਕਰੋਨਾ ਆਇਆ ਹੋਇਆ, ਤੁਸੀਂ ਵੇਚੇਂਗੇ ਕਿੱਥੇ, ਤੁਸੀਂ ਕੀ ਕਰੇਂਗੇ? ਮੈਂ ਕਿਹਾ ਯਾਰ ਅੱਧੇ ਕਿੱਲੇ ਨਾਲ ਜੱਟ ਫੇਲ ਨਹੀਂ ਹੁੰਦਾ, ਸਾਡਾ ਤਜਰਬਾ ਹੋ ਜਾਊਗਾ। ਚਲੋ ਤਜਰਬਾ ਇੰਨਾ ਕੁ ਕਾਮਯਾਬ ਰਿਹਾ ਜੀ, ਜਿੰਨੀਆਂ ਅਸੀਂ ਹੁਣ ਤੱਕ ਫਸਲਾਂ ਬੀਜੀਆਂ ਸਭ ਨਾਲੋਂ ਉਹ ਅੱਗੇ ਰਿਹਾ ਆਪਣੇ ਆਰਥਿਕਤਾ ਦੇ ਵਿੱਚ। ਇਕਨੋਮਿਕਸ ਉਹਦੀ ਸਭ ਤੋਂ ਅੱਗੇ ਰਹੀ ਆ। ਤੇ ਹੁਣ ਅਸੀਂ ਇਹ ਸ਼ਡਿਊਲ ਬਣਾਇਆ ਵੀ
ਸਾਡੇ ਕੋਲ ਹਰ ਰੋਜ਼ 1 ਕੁਆਂਟਲ ਗੇਂਦਾ ਵੇਚਣ ਵਾਸਤੇ ਹੋਣਾ ਚਾਹੀਦਾ। ਅੱਛਾ, ਇੰਨੀ ਲੋੜ ਹੈ ਹੁਣ। ਇੰਨੀ ਲੋੜ ਆ ਜੀ। ਜੀ। ਤੇ ਇਹਦੀ ਤੁਸੀਂ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਨਾ ਕਿਸਾਨ ਕੋਲੇ, ਉਹ ਇਹ ਹੈ ਕਿ ਉਹਨੇ ਵੇਚਣਾ ਕਿਵੇਂ ਹੈ। ਸੋ ਸ਼ੁਰੂਆਤ ਦੇ ਵਿੱਚ ਤੁਸੀਂ ਫੁੱਲ ਆਪਣੇ ਕਿਵੇਂ ਵੇਚੇ, ਤੇ ਹੁਣ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਤਾਂ ਰੋਜ਼ 1 ਕੁਆਂਟਲ ਦੀ ਲੋੜ ਪੈ ਰਹੀ ਹੈ, ਡਿਮਾਂਡ ਆ ਰਹੀ ਹੈ, ਸ਼ੁਰੂਆਤ ਦੇ ਵਿੱਚ ਮਾਰਕੀਟਿੰਗ ਕਿਵੇਂ ਕੀਤੀ? ਸ਼ੁਰੂਆਤ ਜਦੋਂ ਥੋੜਾ ਸੀ ਨਾ, ਇੱਕ ਪਿਛਲੇ ਸਾਲ ਲੋਕਡਾਊਨ ਕਰਕੇ ਲੋਕਾਂ ਨੇ ਖੇਤੀ ਨਹੀਂ ਕੀਤੀ, ਤੇ ਇੱਕ ਜਿਹੜੀ ਵੈਰਾਈਟੀ ਆਪਣੀ ਨਵੀਂ ਉਹਦੇ ਵਾਲੀ ਪੰਜਾਬ ਨੰਬਰ 1 PAU ਦੀ, ਇਹ ਗਰਮੀਆਂ ਵਾਲੀ ਵੈਰਾਈਟੀ ਆ। ਗਰਮੀ ਵਾਲੀ ਵੈਰਾਈਟੀ ਹੋਣ ਕਰਕੇ ਇਹ ਆਪਣੀ ਬਹੁਤ ਕਾਮਯਾਬ ਆ ਗਰਮੀਆਂ 'ਚ। ਗਰਮੀ ਵਾਲੀ ਵੈਰਾਈਟੀ ਨਹੀਂ ਕੋਈ, ਗਰਮੀ ਵਾਲੀ ਆਪਣੇ ਕਲਕੱਤੇ ਤੋਂ ਆਉਂਦਾ, ਜਿਹਨੂੰ ਲੱਡੂ ਗੇਂਦਾ ਕਿਹਾ ਜਾਂਦਾ, ਕਲਕੱਤਾ ਗੇਂਦਾ ਵੀ ਕਹਿੰਦੇ ਨੇ। ਉਹ ਜਦੋਂ ਇੱਥੇ ਲਿਆ ਕੇ ਲਾਉਂਦੇ ਆ, ਤੇ ਆਉਂਦੇ ਆਉਂਦੇ ਟ੍ਰੇਨ 'ਚ ਆਉਂਦਾ ਜਾਂ ਜਹਾਜ਼ 'ਚ ਆਉਂਦਾ, ਉਹ 'ਚ ਮਰਦੇ ਬੂਟੇ ਕਾਫੀ ਨੇ। ਪਰ ਆਹ ਵੈਰਾਈਟੀ ਨੇ ਆਪਣੀ ਨੇ ਬਹੁਤ ਵਧੀਆ ਕੰਮ ਕੀਤਾ, ਬਹੁਤ ਵਧੀਆ ਵੈਰਾਈਟੀ ਆ ਇਹ। ਤੇ ਇਕਨੋਮਿਕਸ ਦੇ ਵਿੱਚ ਤਾਂ ਤੁਸੀਂ ਗੱਲੇ ਛੱਡੋ ਜੀ, ਉਹ ਕਹਿਣਾ ਨਹੀਂ ਕੋਈ ਹੱਲ ਨਹੀਂ। ਗਾਹਕ ਤੱਕ ਕਿਵੇਂ ਪਹੁੰਚੇ ਹੋ, ਦੁਕਾਨਦਾਰ ਤੱਕ ਕਿਵੇਂ ਪਹੁੰਚੇ ਹੋ? ਕੋਈ ਸਮੱਸਿਆਵਾਂ ਆਈਆਂ ਸ਼ੁਰੂਆਤ ਦੇ ਵਿੱਚ? ਹੁਣ ਤਾਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਆਉਂਦੇ ਹੋਏ ਫੋਨ ਦੇ ਉੱਤੇ ਗੱਲ ਕਰ ਰਹੇ ਸੀਗੇ, ਤੁਹਾਡੀ ਮਾਰਕੀਟਿੰਗ ਆਪਣੇ ਆਪ ਹੀ ਆ ਰਹੇ ਨੇ ਲੋਕੀ ਲੈਣ ਵਾਸਤੇ। ਸ਼ੁਰੂਆਤ ਦੀ ਗੱਲ ਅਸੀਂ ਚਾਹਾਂਗੇ। ਸ਼ੁਰੂਆਤ ਅਸੀਂ ਜਿਹੜੇ ਸਾਡੇ ਆਪਣੇ ਲੋਕਲ ਇੱਥੇ ਹੈਗੇ ਸੀ ਸਮਰਾਲੇ ਦੇ, ਉਹਨਾਂ ਨੂੰ ਕਿਹਾ ਜਾ ਕੇ ਵੀ ਸਾਡੇ ਕੋਲ ਫੁੱਲ ਹੁੰਦੇ ਨੇ, ਲੈ ਜਾ ਕਰੋ। ਉਹ ਕਹਿੰਦੇ ਸਾਨੂੰ ਤਾਂ ਮਿਲਦੇ ਨਹੀਂ, ਅਸੀਂ ਆ ਜਾਇਆ ਕਰੋ। ਅੱਛਾ। ਉਹ ਕਈ ਵਾਰ ਤੋੜ ਕੇ ਵੀ ਲੈ ਜਾਂਦੇ ਸੀ ਆਪ, ਉਹਨਾਂ ਨੇ ਆਪ ਤੋੜ ਕੇ ਵਜਨ ਕਰਕੇ ਕਹਿਣਾ ਜੀ ਇੰਨੇ ਪੈਸੇ ਹੋ ਗਏ ਸੀ, ਕਹਿਣਾ ਪੈਸੇ ਦੇ ਜਾ ਇੱਥੇ ਬਸ। ਤੇ ਇੱਕ ਨਹੀਂ ਤਾਂ ਫਿਰ ਅਸੀਂ ਜਦੇ ਸਾਡੇ ਲੇਡੀਜ਼ 2-3 ਲੱਗੀਆਂ ਹੁੰਦੀਆਂ, ਸਬਜ਼ੀ ਦਾ ਵੀ ਕੰਮ ਹੁੰਦਾ ਸਾਡਾ ਨਾਲ, ਉਹਨਾਂ ਨੂੰ ਜਦੇ ਕਹੀ ਤਾਂ ਤੋੜ ਕੇ ਦੇ ਦਿਓ, ਜਦੇ 10 ਮਿੰਟ 'ਚ ਉਹਨਾਂ ਨੂੰ ਤੋੜ ਕੇ ਫੁੱਲ ਦੇ ਦਈਦੇ ਸੀ। ਔਰ ਦੀਵਾਲੀ ਵਾਲੇ ਦਿਨ ਇੰਨੀ ਕੁ ਡਿਮਾਂਡ ਸੀ, ਇੱਕ ਦਿਨ ਪਹਿਲਾਂ ਦੀਵਾਲੀ ਤੋਂ ਇੱਕ ਦਿਨ ਦੇ ਵਿੱਚ ਅਸੀਂ 25,000 ਦਾ ਫੁੱਲ ਵੇਚਤਾ ਸੀ। ਵਾਹ, ਕੀ ਬਾਤ ਹੈ। ਇੱਕ ਕਿੱਲੇ ਦੇ ਵਿੱਚੋਂ, ਇੱਕ ਫਸਲ ਦੇ ਵਿੱਚ ਕਿੰਨਾ ਕੁ ਫੁੱਲ ਨਿਕਲ ਸਕਦਾ? ਇਹ ਫੁੱਲ ਅਲੱਗ-ਅਲੱਗ ਸੀਜ਼ਨਾਂ 'ਤੇ ਡਿਪੈਂਡ ਕਰਦਾ ਜੀ। ਜਿਸ ਤਰ੍ਹਾਂ ਗਰਮੀਆਂ 'ਚ 25-30 ਕੁਆਂਟਲ ਨਿਕਲੂਗਾ, ਤੇ ਜਿਹੜਾ ਆਪਣਾ ਹੈਗਾ ਵਰਖਾ ਰੁੱਤ ਦਾ, ਇਹ ਥੋੜ੍ਹਾ ਜਿਹਾ ਫਿਰ 70-80 ਕੁਆਂਟਲ ਚਲੇ ਜਾਂਦਾ। ਸਰਦੀ ਵਾਲਾ ਵੀ 70-80 ਕੁਆਂਟਲ ਚਲੇ ਜਾਂਦਾ ਜੀ। ਸੋ 3 ਫਸਲਾਂ ਲੈ ਸਕਦੇ ਹਾਂ ਅਸੀਂ? ਹਾਂਜੀ ਹਾਂਜੀ, ਤਿੰਨ ਸੀਜ਼ਨ ਨੇ ਇਹਦੇ ਜੀ। ਜੀ। ਸੋ ਇਹ ਤਾਂ ਬਹੁਤ ਵਧੀਆ ਹੈ ਕਿ ਤੁਹਾਨੂੰ ਸਾਰਾ ਸੀਜ਼ਨ, ਅਗਰ ਤੁਸੀਂ ਫੁੱਲਾਂ ਦੀ ਖੇਤੀ ਕਰਨੀ ਚਾਹੁੰਦੇ ਹੋ ਤਾਂ ਉਹ ਸਾਰੀ ਕਰ ਸਕਦੇ ਹੋ। ਇਹਦੇ ਨਾਲ ਹੁਣ ਹੋਰ ਵੀ ਸੋਚਿਆ ਤੁਸੀਂ ਕਿ ਗੇਂਦਾ ਹੀ ਤੁਹਾਨੂੰ ਜਿਹੜਾ ਉਹ ਵਧੀਆ ਲੱਗ ਰਿਹਾ? ਨਹੀਂ, ਫਿਲਹਾਲ ਗੇਂਦਾ ਤੇ ਨਾਲ ਗੁਲਾਬ ਦਾ ਟਰਾਈ ਕਰਾਂਗੇ ਜੀ ਹੁਣ ਅਗਲੇ ਸਾਲ। ਕੁਛ ਕਲਮਾਂ ਅਸੀਂ ਲਾਈਆਂ ਵੀ ਨੇ, ਤੇ ਉਹ ਦੇਖਦੇ ਉਹਨਾਂ ਦਾ ਕੀ ਰਿਜ਼ਲਟ ਆਉਂਦਾ। ਤੇ ਹੁਣ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਸ ਵਕਤ ਤੁਹਾਡੀ ਜਿਹੜੀ ਇਹ ਗਾਹਕ ਨੇ, ਕਿੱਥੋਂ ਕਿੱਥੋਂ ਤੱਕ ਤੁਸੀਂ ਫੁੱਲ ਭੇਜ ਰਹੇ ਹੋ? ਨਹੀਂ, ਇਸ ਟਾਈਮ ਅਸੀਂ ਫੁੱਲ ਵੀ ਵੇਚ ਰਹੇ ਹਾਂ, ਗੇਂਦੇ ਦਾ ਬੀਜ ਵੀ ਵੇਚ ਰਹੇ ਹਾਂ, ਗੇਂਦੇ ਦੀ ਪਨੀਰੀ ਵੀ ਵੇਚ ਰਹੇ ਹਾਂ ਜੀ। ਤੇ ਕੱਲ ਹੀ ਅਸੀਂ ਪਠਾਨਕੋਟ 5-6 ਹਜ਼ਾਰ ਬੂਟਾ ਭੇਜਿਆ ਜੀ, ਬਾਈ ਬੱਸ ਖੰਨੇ ਤੋਂ ਬੱਸ ਰੱਖਤਾ, ਤੇ ਉੱਥੋਂ ਨੇ ਪਠਾਨਕੋਟ ਜਾ ਕੇ ਲਾ ਲੈਣਾ। ਪੈਸੇ ਸਾਨੂੰ ਅਗਲਾ ਗੂਗਲ ਪੇ ਕਰ ਦਿੰਦਾ ਜੀ। ਵਾਹ। ਸੋ ਕਿਸਾਨ ਹੁਣ ਜਿਹੜਾ ਉਹ ਵੀ ਡਿਜੀਟਲ ਜ਼ਮਾਨੇ ਦੇ ਵਿੱਚ ਆ ਕੇ ਕੁਦਰਤੀ ਹੈ ਸਭ ਕੁਝ ਸਿੱਖਣਾ ਤੇ ਬਹੁਤ ਜ਼ਰੂਰੀ ਪੈਣਾ ਹੈਗਾ। ਜਿਹੜੇ ਲੋਕ ਖੇਤੀ ਦੂਸਰੀ ਚੋਂ ਨਿਕਲ ਨਹੀਂ ਰਹੇ ਬਾਹਰ, ਕਿਉਂਕਿ ਤੁਹਾਡੇ ਵਰਗੇ ਜੋ ਕਿਸਾਨ ਨੇ ਉਹ ਦੂਸਰਿਆਂ ਵਾਸਤੇ ਮਾਰਗਦਰਸ਼ਕ ਬਣਦੇ ਆ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਰਿਸਕ ਨਹੀਂ ਲੈਂਦੇ ਵੀ ਅਸੀਂ ਤਾਂ ਝੋਨਾ ਹੀ ਬੀਜਣਾ, ਅਸੀਂ ਤਾਂ ਕਣਕ ਹੀ ਬੀਜਣੀ ਹੈ, ਇਹ ਤੋਂ ਬਾਅਦ ਤੱਕ ਕੁਝ ਨਹੀਂ ਕਰਨਾ? ਤੁਸੀਂ ਦੇਖ ਰਹੇ ਹੋ ਕਿ ਸੁਖਜੀਤ ਸਿੰਘ ਜੀ ਨੇ ਕਿਵੇਂ ਤਜਰਬੇ ਕੀਤੇ ਹੋਏ ਆ। ਇੱਥੇ ਤੁਸੀਂ ਵੇਖ ਰਹੇ ਹੋ ਇਹਨਾਂ ਨੇ ਗੇਂਦਾ ਲਾਇਆ ਹੋਇਆ, ਨਾਲ ਇਹਨਾਂ ਨੇ ਘਰ ਵਾਸਤੇ ਜੌਂ ਲਾਏ ਹੋਏ ਆ। ਪਹਿਲਾਂ ਤੁਹਾਨੂੰ ਅਸੀਂ ਵਿਖਾ ਚੁੱਕੇ ਹਾਂ ਕਿ ਆਲੂ ਵੀ ਪੈਦਾ ਕਰ ਰਹੇ ਨੇ, ਸਟੈਮ ਸੈੱਲ ਦੇ ਨਾਲ ਇਹਨਾਂ ਨੇ ਖੇਤੀ ਸ਼ੁਰੂ ਕੀਤੀ, ਆਲੂਆਂ ਦਾ ਬੀਜ ਬਣਾਉਣਾ ਸ਼ੁਰੂ ਕੀਤਾ। ਘਰ ਵਾਸਤੇ ਇਹਨਾਂ ਨੇ ਤੁਹਾਨੂੰ ਹੁਣੇ ਵਿਖਾਉਣੇ ਆ ਕਿ ਕਿਵੇਂ ਇਹਨਾਂ ਨੇ ਵੱਟਾਂ ਦੇ ਉੱਤੇ ਕਣਕ ਲਾਈ ਹੈ, 1.5 ਕਿੱਲੋ ਦੇ ਨਾਲ ਇੱਕ ਪੂਰਾ ਕਿੱਲਾ ਲਾਇਆ। ਇਹ ਤਜਰਬੇ ਕਰਦੇ ਹੋ ਤੁਸੀਂ, ਕਾਮਯਾਬ ਹੋਏ ਹੋ, ਤੁਹਾਡਾ ਦੱਸਦੇ ਆ ਕਿ ਤੁਸੀਂ ਕਾਮਯਾਬ ਹੋਏ ਹੋ। ਦੂਸਰੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਰਿਸਕ ਲੈਣ ਵੇਲੇ ਕੀ ਸੋਚਣ, ਕਿਸ ਤਰ੍ਹਾਂ ਦਾ ਮਨ ਬਣਾਉਣ ਤਾਂ ਕਿ ਉਹ ਵੀ ਨਿਕਲਣ, ਕਿਉਂਕਿ ਅੱਜ ਖੇਤੀ ਬੜੇ ਵੱਡੇ ਸੰਕਟ ਦੇ ਵਿੱਚ ਖੜੀ ਹੋਈ ਹੈ? ਇਹਨੂੰ ਪਹਿਲਾਂ ਥੋੜ੍ਹੇ ਲੈਵਲ 'ਤੇ ਸ਼ੁਰੂ ਕਰੋ ਜੀ। ਜਿਸ ਤਰ੍ਹਾਂ ਗੇਂਦੇ ਦਾ ਅਸੀਂ ਪਹਿਲਾਂ ਅੱਧੇ ਕਿੱਲੇ ਤੋਂ ਸਟਾਰਟ ਕੀਤਾ ਜੀ, ਫਿਰ ਅਸੀਂ ਆਹ ਜਾਫਰੀ ਦੀ ਲਾਈਆਂ 2 ਕਨਾਲਾਂ, ਤੇ ਹੁਣ ਅਸੀਂ 2 ਕਿੱਲਿਆਂ 'ਤੇ ਜਾ ਰਹੇ ਹਾਂ ਜੀ। ਜਿਸ ਤਰ੍ਹਾਂ 1.5 ਕਿੱਲੋ ਵਾਲੀ ਕਣਕ ਵਾਲੀ ਗੱਲ ਕਰਦੇ ਹਾਂ, ਇਹ 2-3 ਸਾਲ ਪਹਿਲਾਂ ਜੀ ਅਸੀਂ 100 ਸਕੁਅਰ ਮੀਟਰ 'ਚ ਤਜਰਬਾ ਕੀਤਾ ਸੀ। ਅੱਛਾ, 1.5 ਕਿੱਲੋ ਵਾਲਾ? ਹਾਂਜੀ, ਉਹਦੇ ਫਿਰ ਰਿਜ਼ਲਟ ਜਿਹੜੇ ਆਏ ਆਮ ਨਾਲੋਂ 2 ਕੁਆਂਟਲ ਜ਼ਿਆਦਾ ਜੀ। ਅੱਛਾ, ਜਿਹੜਾ ਆਮ ਜਿਹੜਾ 1 ਕਿੱਲੇ ਦੇ ਵਿੱਚੋਂ 22-23 ਕੁਆਂਟਲ ਨਿਕਲਦੀ ਆ ਜ਼ੋਰ ਲਾ ਕੇ, ਤਾਂ ਉਹਦੇ ਤੋਂ ਜ਼ਿਆਦਾ ਨਿਕਲੀ? ਬਿਲਕੁਲ ਬਿਲਕੁਲ ਜੀ, 2 ਕੁਆਂਟਲ ਜ਼ਿਆਦਾ। ਅੱਛਾ, ਤੇ ਜਦੋਂ ਤੁਸੀਂ ਉਹ ਤਜਰਬਾ ਕੀਤਾ, ਬਾਕੀ ਲੋਕਾਂ ਨੇ ਗੱਲ ਕੀਤੀ ਹੋਣੀ ਵੀ ਕੀ ਕਰਦੇ ਹੋ, ਪੁੱਛਦੇ ਹੋਣਗੇ ਤੁਹਾਨੂੰ? ਉਹ ਨਹੀਂ ਪੁੱਛਦੇ ਨਹੀਂ ਜੀ, ਲੋਕ ਉੱਦਾਂ ਹੀ ਦੇਖ ਕੇ ਕਹਿੰਦੇ ਇਹ ਤਾਂ ਯਾਰ ਇਹ ਤਾਂ ਕੰਮੇ ਇੱਦਾਂ ਦਾ, ਇਹ ਤਾਂ ਪੁੱਠੇ ਕੰਮ ਨੇ ਇਹਦੇ, ਇੱਦਾਂ ਲੋਕ ਇੱਦਾਂ ਬੋਲਦੇ ਆ। ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ, ਅਸੀਂ ਅੱਜ ਤੋਂ 5-7 ਸਾਲ ਪਹਿਲਾਂ DSR ਸ਼ੁਰੂ ਕਰੀ ਜੀ।
ਉਹ ਵੀ ਇੱਕ ਚੈਲੰਜ ਸੀ ਸਾਡੇ direct- ਝੋਨੇ ਦੀ ਸਿੱਧੀ ਬਿਜਾਈ। ਹਾਂਜੀ ਹਾਂਜੀ, ਉਹ ਵੀ ਇੱਕ ਚੈਲੰਜ ਸੀ ਸਾਡੇ ਪਿੰਡ। ਇੱਕ ਪੀਏਯੂ ਉਹ ਕਰਾ ਗਏ ਆਪਣੇ ਮਹਿਕਮੇ ਵਾਲੇ ਬਿਜਾਈ ਕਿਸੇ ਦੇ, ਉਹ ਤੋਂ ਜਦ ਬਿਜਾਈ ਕਰਕੇ ਕਿਹਾ ਮੈਂ ਯਾਰ ਨਾ ਤਾਂ ਤੁਸੀਂ ਇਹ ਕਿਸਾਨ ਦੇਖਿਆ ਬਿਜਾਈ ਕਰਨ ਵਾਲਾ ਹੈਗਾ ਕਿ ਨਹੀਂ, ਨਾ ਤੁਸੀਂ ਇਹ ਖੇਤ ਦੇਖਿਆ ਜੀ ਵੀ ਇਹ 10 ਦਿਨਾਂ ਨੂੰ ਵਾਹੀ ਜਾਣੀ ਆ। ਚਲੋ ਉਹੀ ਗੱਲ ਹੋਈ, ਉਹਨਾਂ ਨੇ ਵਾਹਤੀ ਜੀ ਉਹ। ਤੇ ਮੈਨੂੰ ਕਹਿੰਦੇ ਅਗਲੇ ਸਾਲ ਤੂੰ ਕਰੀ। ਮੈਂ ਕਿਹਾ ਮੈਂ ਕਰ ਲੂੰਗਾ। ਤੇ ਮੈਂ ਟ੍ਰੇਨਿੰਗ ਲੈ ਕੇ ਆਪਣਾ KVK ਤੋਂ ਸਮਰਾਲੇ ਤੋਂ ਤੇ ਕੀਤਾ ਜੀ। ਉਹਦਾ ਝਾੜ ਆਇਆ ਜੀ ਪੂਰੀ ਕ੍ਰੌਪ ਕਟਿੰਗ। ਫਿਰ ਮੈਂ ਕਿਵੇਂ ਤੁਸੀਂ ਕ੍ਰੌਪ ਕਟਿੰਗ ਕਰੇ, ਮੈਂ ਕਿਹਾ ਵੀ ਕ੍ਰੌਪ ਕਟਿੰਗ ਕਰੋ ਇੱਥੇ, ਦੇਖੋ ਇਹਦਾ ਝਾੜ ਕਿੰਨਾ ਆਉਂਦਾ। ਕਹਿੰਦੇ ਜੀ 32 ਕੁਇੰਟਲ ਝਾੜ ਆਇਆ। ਵਾਹ। ਸੋ ਬਾਕੀ ਜਿੰਨਾ ਲੋਕੀ ਲੈਂਦੇ ਉਸ ਤੋਂ ਵੱਧ ਹੀ ਹੈ। ਤੇ ਤੁਹਾਡੇ ਪਿੰਡ ਵਿੱਚ ਫਿਰ ਹੋਰ ਲੋਕਾਂ ਨੇ ਵੀ ਅਪਣਾਈ ਹੈ? ਬਿਲਕੁਲ ਜੀ, ਪਿਛਲੇ ਸਾਲ ਲੇਬਰ ਦੀ ਘਾਟ ਕਾਰਨ ਸਾਡੇ ਪਿੰਡ 70 ਏਕੜ DSR ਲੱਗੀ ਜੀ, ਕਿਉਂਕਿ ਲੋਕਡਾਊਨ ਲੱਗਿਆ ਸੀਗਾ। ਹਾਂਜੀ ਹਾਂਜੀ। ਸੋ ਇਹ ਨਵੇਂ ਤਜਰਬੇ ਨੇ ਜੋ ਇਹਨਾਂ ਦੀ ਗੱਲ ਦੇ ਵਿੱਚੋਂ ਨਿਕਲਿਆ ਕਿ ਟ੍ਰੇਨਿੰਗ ਲੈ ਕੇ ਇਸ ਟ੍ਰੇਨਿੰਗ ਦੇਣ ਵਾਲੀਆਂ ਸੰਸਥਾਵਾਂ ਸਾਡੇ ਕੋਲੇ ਬਹੁਤ ਨੇ। ਖੇਤੀਬਾੜੀ ਯੂਨੀਵਰਸਿਟੀ ਹੈ, ਖੇਤੀਬਾੜੀ ਵਿਭਾਗ ਹੈ। ਟ੍ਰੇਨਿੰਗ ਲੈ ਕੇ ਨਵੀਂ ਤੁਸੀਂ ਕੋਈ ਨਾ ਕੋਈ ਫਸਲ ਬੀਜੋ, ਤਜਰਬਾ ਕਰੋ ਤੇ ਉਹਦੇ ਵਿੱਚੋਂ ਕਾਮਯਾਬੀ ਹੁੰਦੀ ਹੈ। ਹੁਣ ਤੁਹਾਨੂੰ ਵਿਖਾਉਂਦੇ ਆ ਕਿ ਇਹਨਾਂ ਨੇ ਕਣਕ ਦੀ ਬਿਜਾਈ ਵੱਟਾਂ ਦੇ ਉੱਤੇ 1.5 ਕਿਲੋ ਨਾਲ ਕਿਵੇਂ ਕੀਤੀ ਹੈ। ਹੁਣ ਅਸੀਂ ਖੜੇ ਹਾਂ ਸੁਖਜੀਤ ਹੋਣਾ ਦੇ ਉਸ ਖੇਤ ਵਿੱਚ ਜਿਸ ਵਿੱਚ ਇਹਨਾਂ ਨੇ 1 ਕਿੱਲਾ 1.5 ਕਿਲੋ ਕਣਕ ਨਾਲ ਬੀਜਿਆ। ਅਸੀਂ ਤੁਹਾਨੂੰ ਵਿਖਾਉਂਦੇ ਆ ਕਿ ਕਿਸ ਤਰ੍ਹਾਂ ਬੈੱਡ ਦੇ ਉੱਤੇ ਵੱਟਾਂ ਬਣਾ ਕੇ ਇਹ ਜਿਹੜੀ ਇਹਨਾਂ ਨੇ ਕਣਕ ਬੀਜੀ, ਇੱਕ ਇੱਕ ਦਾਣਾ ਲਾਇਆ। ਤੁਸੀਂ ਦੇਖ ਰਹੇ ਹੋ ਵੱਟਾਂ ਬਣੀਆਂ ਨੇ, ਇੱਕ ਇੱਕ ਦਾਣਾ ਲੱਗਿਆ। ਔਰ ਇਹ ਸਾਡੇ ਕੋਲੇ ਬੂਟਾ ਜਿੱਥੇ ਅਸੀਂ ਖੜੇ ਹੋਏ ਆ, ਮੇਰੇ ਨਾਲ ਸੁਖਜੀਤ ਜੀ ਨੇ, ਇੱਕ ਦਾਣੇ ਦੇ ਵਿੱਚੋਂ ਦੇਖੋ, ਇਹ ਮੈਂ ਦੇਖ ਰਿਹਾ, ਮੈਂ ਗਿਣਾਂਗਾ ਤਾਂ ਟਾਈਮ ਲੱਗੇਗਾ, 25 ਇੱਕ ਦਾਣੇ ਵਿੱਚੋਂ 25 ਜਿਹੜੀਆਂ ਨੇ ਉਹ ਟਾਹਣੀਆਂ ਨਿਕਲੀਆਂ ਨੇ। ਬਾਪ ਕੇ 25 ਸਿੱਟੇ ਲੱਗਣਗੇ। ਇਹ ਇੱਕ ਮੇਰੇ ਕੋਲੇ ਸਿੱਟਾ ਹੈ, ਇਹ ਉਸ ਕਣਕ ਦਾ ਹੈ ਜੋ ਸਿੱਧੀ ਬੀਜੀ ਗਈ ਹੈ, ਡਰਿੱਲ ਨਾਲ ਸਮਝ ਲਓ ਜਾਂ ਛੱਟਾ ਦੇ ਕੇ ਨਾਲ ਹੀ ਖੇਤ ਹੈ। ਔਰ ਇਹ ਜਿਹੜਾ ਸਿੱਟਾ ਹੈ ਇਹਨਾਂ ਦਾ, ਉਹਦੇ ਨਾਲ ਜੋ ਬੀਜਿਆ ਗਿਆ ਹੈ 1.5 ਕਿਲੋ ਕਣਕ ਨਾਲ 1 ਕਿੱਲੇ ਦੇ ਵਿੱਚ। ਇਹ ਸਿੱਟੇ ਦੀ ਤੇ ਸਿਹਤ ਵੇਖੋ, ਇਹ ਤੁਹਾਨੂੰ ਦਿਸ ਰਿਹਾ। ਔਰ ਇਹਦੇ ਵਿੱਚ ਦਾਣੇ ਕਿੰਨੇ ਮੋਟੇ ਹੋਣਗੇ ਇਹ ਦੱਸਦੇ। ਇਹ PBW ਜਿਹੜੀ ਹੈ ਇਹ 303 ਯੂਨੀਵਰਸਿਟੀ ਦੀ ਵੈਰਾਈਟੀ ਹੈ। ਇਹਦੀ ਕੀ ਖਾਸੀਅਤ ਹੈ ਜੀ ਇਹ ਵੱਟਾਂ ਤੇ ਬੀਜਣ ਵਾਲੀ ਦੀ? ਇਹ ਵੱਟਾਂ ਤੇ ਇਸ ਕਰਕੇ ਬੀਜੀ ਗਈ ਹੈ ਜੀ, ਨਵੀਂ ਵੈਰਾਈਟੀ ਆ। ਬੀਜ ਸਾਨੂੰ ਘੱਟ ਮਿਲਿਆ ਸੀ, ਸਾਨੂੰ 5 ਕਿਲੋ ਬੀਜ ਮਿਲਿਆ ਸੀ ਤੇ ਅਸੀਂ 3.5 ਏਕੜ ਇਹਦੇ ਨਾਲ ਲਾ ਲਏ 5 ਕਿਲੋ ਨਾਲ। ਤੇ ਜੇ ਆਪਾਂ 5 ਕਿਲੋ ਨਾਲ ਉੱਦਾਂ ਇੱਕ ਕਨਾਲ ਬੀਜਦੇ, ਸਾਡੇ ਕੋਲ 2 ਕੁਇੰਟਲ ਬੀਜ ਹੋਣਾ ਸੀ ਇਹ। ਹੁਣ ਅਸੀਂ 3.5 ਕਿੱਲੇ ਲਾ ਲਏ, ਹੁਣ ਸਾਡੇ ਕੋਲ 80-90 ਕੁਇੰਟਲ ਬੀਜ ਹੋ ਜਾਣਾ ਜੀ। ਅੱਛਾ, ਇਹਦੇ 'ਚ ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜੀ ਇਸ ਟਾਈਮ ਫਸਲ ਖੜੀ ਅਸੀਂ ਦੇਖ ਰਹੇ ਬਹੁਤ ਸਿਹਤਮੰਦ ਬੂਟੇ ਜਿਹੜੇ ਖੜੇ ਆ, ਝਾੜ ਉਨਾ ਹੀ ਦੇਣਗੇ ਜਾਂ ਉਸ ਤੋਂ ਵੱਧ ਦੇਗਾ? ਇਹ ਉਸ ਤੋਂ ਵੱਧ ਆਊਗਾ ਜੀ। ਮੈਂ ਪਹਿਲਾਂ ਵੀ ਜਦੋਂ ਆਪਣੀ ਉन्नत 550, उन्नत 343 ਜਾਂ ਇੱਕ ZN1 ਯੂਨੀਵਰਸਿਟੀ ਵੈਰਾਈਟੀਆਂ ਆਈਆਂ ਸੀ, ਉਹਦੇ ਸਾਡੇ ਕੋਲ ਟਰਾਇਲ ਆਏ ਸੀ। ਅਸੀਂ ਉਹ ਸਾਰਾ ਟਰਾਇਲ ਜਿੱਦਾਂ ਯੂਨੀਵਰਸਿਟੀ ਨਾਲ 100 ਸਕੁਅਰ ਮੀਟਰ ਉਹਨਾਂ ਲਾ ਕੇ ਇੱਕ ਇੱਕ ਮੁੱਠੀ ਅਸੀਂ ਦਾਣਾ ਬਚਾ ਲਿਆ ਤਿੰਨਾਂ ਦੀ। ਉਹ ਤਿੰਨ ਨਾਲ 100 ਸਕੁਅਰ ਮੀਟਰ ਅਸੀਂ ਫੇਰ ਲਾਤਾ ਜੀ। ਤੇ ਇਹ ਜਿਹੜੀ ਤੁਸੀਂ ਬਿਜਾਈ ਕੀਤੀ ਹੈ ਇਹ ਕਿਵੇਂ ਹੱਥਾਂ ਨਾਲ ਕੀਤੀ ਹੈ? ਸਾਰੀ ਹੱਥਾਂ ਨਾਲ ਜੀ, ਲੇਬਰ ਤੋਂ ਕਰਾਈ ਆ। 2000 ਰੁਪਈਆ ਕਿੱਲੇ ਦਾ ਲਿਆ ਜੀ। ਕਿੱਲੇ ਦਾ ਲੱਗ ਗਿਆ। ਹਾਂਜੀ। ਪਰ ਉਧਰਲੇ ਪਾਸੇ ਤੁਹਾਡਾ 40-42 ਕਿਲੋ ਬੀਜ ਵੀ ਬਚ ਗਿਆ। 40-42 ਕਿਲੋ ਬੀਜ ਨਾਲੋਂ ਜੀ ਸਾਡਾ ਇਹ ਜਿਹੜਾ ਸਾਡੇ ਕੋਲ 5 ਕਿਲੋ 2 ਕੁਇੰਟਲ ਬੀਜ ਹੋਣਾ ਜੀ, ਸਾਡੇ ਕੋਲ ਬੀਜ 80-90 ਕੁਇੰਟਲ ਹੋ ਜਾਣਾ ਜੀ, ਜਿਹਦੀ ਬੀਜ ਦੀ ਕੀਮਤ ਬਹੁਤ ਜ਼ਿਆਦਾ ਹੈ ਜੀ ਇਹਦੀ। ਸੋ ਕਿਸਾਨ ਆਪਣੇ ਆਪ ਦੇ ਵਿੱਚ ਇੱਕ ਲੈਬੋਰਟਰੀ ਹੈ, ਤਜਰਬੇ ਉਹ ਕਰਦਾ ਹੈ। ਪਰ ਇਹ ਲੈਬੋਰਟਰੀ 6-7 ਮਹੀਨੇ ਲੈਂਦੀ, 8 ਮਹੀਨੇ ਲੈਂਦੀ ਹੈ, ਪਰ ਕਾਮਯਾਬੀ ਲੈ ਕੇ ਆਉਂਦੀ ਹੈ। ਤਜਰਬੇ ਕਰਨੇ ਚਾਹੀਦੇ ਆ, ਲੇਕਿਨ ਉਹਦੇ ਲਈ ਜ਼ਰੂਰੀ ਹੈ ਕਿ ਪੜ੍ਹਾਈ, ਯੂਨੀਵਰਸਿਟੀਆਂ ਤੋਂ ਟ੍ਰੇਨਿੰਗ ਲਵੋ, ਸੁਖਜੀਤ ਸਿੰਘ ਹੋਣਾ ਵਰਗੇ ਕਿਸਾਨਾਂ ਨਾਲ ਮਿਲੋ, ਤਾਂ ਕਿ ਆਪਾਂ ਖੇਤੀ ਨੂੰ ਮੌਜੂਦਾ ਸੰਕਟ ਦੇ ਵਿੱਚੋਂ ਕੱਢ ਕੇ ਨਵੇਂ ਪਾਸੇ ਲਿਜਾ ਸਕੀਏ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ। ਕੈਮਰਾਮੈਨ ਅਤੁਲ ਵਰਮਾ ਦੇ ਨਾਲ ਅਮਰਜੀਤ ਵੜੈਚ ਨੂੰ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।